सेवक जन मानै, परतख गुरु निस्तारे। सतनाम श्री वाहिगुरु साहिब जियो। सोरठ महला पंजवा। कर दूजा अष्टपदियाँ एक ओंकार। सतगुर प्रसाद। पाठ पढ़ियो अर वेद विचारियो। निवल विहंगम साधे। पंच जना स्यों संग न छुटक्यो। अदक अहम बुद्ध बादे। प्यारी इन बिद मिलन न जाई। मैं किए कर्म अनेका। हार प्रयो स्वामी कै दुआरे। दीजै बुद्ध विवेका रहाऊ। मौन पयो करपाती रह्यो। नगन प्रयो बन माही। तट तीर्थ सब तरती परम्यो। दुबदा छुटकै नाही। मन कामना तीर्थ जाय बस्यो। सिर करवत तराए। मन की महल न उतरै एह बिद। जे लख जतन कराए। कनक कामनी है वर गैवर। बहु बिद दान दतारा। अन बस्तर भूम बो अर्पै। नह मिलिए हर दुआरा। पूजा अर्चा बंदन डंडौत। खट कर महारत रहता। हाँ हाँ करत बंधन में परया। नह मिलिए एह जुगता। जोग सिद्ध आसन 84। ए भी कर कर रहा। वड्डी आरजा फिर जन्मै। हर स्यो संग न गया। राज लीला राजन की रचना। करया हुक्म अफारा। सेज सोहनी चंदन चोआ। नरक कोर का द्वारा। हर कीरत साध संगत है। सिर कर मन कै कर्मा। कहो नानक तिस पयो प्रापत। जिस पुरब लिखे का लैना। तेरो सेवक ए रंग माता। पयो कृपाल दीन दुख भंजन। हर हर कीर्तन एह मन रता। पयो कृपाल दीन दुख भंजन। हर हर कीर्तन एह मन रता। वाहिगुरु जी का खालसा वाहिगुरु जी की परम सन्मानयोग साध संगत आप जी सतगुरु पातशाह महाराज जी की कृपा दी सदका अमृत वेले सतगुरु पातशाह महाराज जी का निੱਘੀ गोद का आनंद मार रहे हो। सतगुरु पातशाह महाराज जी की कृपा दी सदका पातशाह महाराज ने आज जो पावन मुबारक बचन अमृत वेले सरवण करवाना कीते ने। आप जी ने बड़े एकाग्र सहित हो करके सतगुरु पातशाह महाराज दे पावन बाणी दे शब्द दे नाल सांझ पाउणी कीती है। आप जी ने मेरे तो पहला वीर जी पासों बड़ी एकाग्रता सहित हो करके अल्लाही बाणी दे कीर्तन दे नाल सांझ पाउणी कीती है। समा होया गुरमत विचारा करन दा।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਵਾਲੀਏ ਕੁੱਲ ਆਲਮ ਰੂਹਾਨੀਅਤ ਦੇ ਮੁਜੱਸਮੇ ਰਾਜਾਨ ਰਾਜ ਪਾਨਾਨ ਪਾਨ ਉਪਮਾ ਮਹਾਨ ਕਲਯੁਗ ਦੇ ਜਹਾਜ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਨੂੰ ਗੁਜ਼ਾਰਨਾ ਕਰੀਏ ਜੀ, ਰਸਨਾ ਨੂੰ ਕਰੀਏ ਜੇ ਪਵਿੱਤਰ, ਦੋਵੇਂ ਹੱਥ ਜੋੜ ਕੇ ਗੱਜ ਵੱਜ ਕੇ ਆਖਣਾ ਕਰਨਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਵੇਲੇ ਜੋ ਅੱਜ ਸ਼ਬਦ ਸਰਵਣ ਕਰਵਾਉਣਾ ਕੀਤਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਅੰਗ 641 ਅਤੇ 42 ਦੇ ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਨੂੰ ਸੋਠ ਰਾਗ ਦੇ ਅੰਦਰ ਗਾਇਨ ਕਰਨ ਦੀ ਹਦਾਇਤ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗਾਉਣਾ ਕੀਤਾ ਹੈ ਸੋਠ ਰਾਗ ਦੇ ਅੰਦਰ, ਤੇ ਘਰ ਦੂਜੇ ਦੇ ਅੰਦਰ ਪਾਤਸ਼ਾਹ ਮਹਾਰਾਜ ਨੇ ਇਸ ਨੂੰ ਗਾਇਨ ਕਰਨ ਦੀ ਹਦਾਇਤ ਦਿੱਤੀ ਹੈ, ਜੋ ਕਿ ਕੀਰਤਨੀ ਸਿੰਘ ਘਰ ਦੂਜੇ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ। ਅਸ਼ਟਪਦੀਆਂ 8 ਪਦਿਆਂ ਵਾਲੀ ਬਾਣੀ, 8 ਪਦਿਆਂ ਵਾਲਾ ਸ਼ਬਦ। ਆਪਾਂ ਕੱਲ ਦੇ ਸ਼ਬਦ ਦੇ ਅੰਦਰ ਵਿਚਾਰ ਕੀਤੀ ਸੀ, ਇਹ ਤਨ ਅਖੁੱਟ ਨਾਲ ਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਉਹ ਸ਼ਬਦ ਸੀ, ਉਹ 4 ਪਦਿਆਂ ਵਾਲਾ ਸ਼ਬਦ ਸੀ, ਉਸ ਦੇ 4 ਪਦੇ ਸਨ। ਅੱਜ ਜੋ ਸ਼ਬਦ ਪਾਤਸ਼ਾਹ ਮਹਾਰਾਜ ਨੇ ਸਰਵਣ ਕਰਵਾਉਣਾ ਕੀਤਾ ਹੈ, ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ। ਇੱਕ ਓੰਕਾਰ, ਉਹ ਅਕਾਲ ਪੁਰਖ ਇੱਕ ਹੈ, ਉਸ ਦਾ ਨਾਮ ਸਤਨਾਮ ਹੈ, ਤੇ ਉਹ ਸਦੀਵ ਕਾਲ ਤੱਕ ਇਸ ਸੰਸਾਰ ਦੇ ਵਿੱਚ ਹੈ। ਤੇ ਪਾਤਸ਼ਾਹ ਮਹਾਰਾਜ ਜੀ ਰਹਾਉ ਵਾਲੇ ਪਦੇ ਦੇ ਅੰਦਰ ਸਮਝਾਉਣਾ ਕਰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੀ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹਮੁਦ ਬਾਦੇ। ਰਹਾਉ ਵਾਲੇ ਪਦੇ ਦੇ ਅੰਦਰ ਕੀ ਸਮਝਾਉਣਾ ਕਰਦੇ ਨੇ, ਪਿਆਰੀ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਰਹਾਉ। ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਦੇ ਰਹਾਉ ਵਾਲੇ ਪਦੇ ਦੇ ਅੰਦਰ ਸਮਝਾਉਣਾ ਕਰਦੇ ਨੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਕਿ ਪਿਆਰਿਆ ਜੇਕਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਹੈ ਤੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਕੋਲੋਂ ਪੁੱਛਣਾ ਕਰ ਕਿ ਕਿਹੜੇ ਕਰਮ ਕਰਕੇ ਜਿਹੜਾ ਤੂੰ ਇਸ ਸੰਸਾਰ ਦੇ ਵਿੱਚੋਂ ਦੂਰ ਹੈ, ਉਸ ਪਰਮਾਤਮਾ ਦੇ ਨਾਮ ਤੋਂ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਮੈਂ ਕੀਏ ਕਰਮ ਅਨੇਕਾਂ, ਕਿ ਮੈਂ ਅਜਿਹੇ ਕਰਮ ਕੀਤੇ ਨੇ ਜਿਨ੍ਹਾਂ ਦਾ ਕਰਕੇ ਮੈਂ ਉਸ ਪਰਮਾਤਮਾ ਦੇ ਨਾਮ ਤੋਂ ਜਿਹੜਾ ਵਾਂਝਾ ਰਹਿ ਗਿਆ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿ ਉਸ ਸੱਚੇ ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜਿਹੜਾ ਇਸ ਮਾਤ ਲੋਕ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਬਾਹਰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਪਰਮਾਤਮਾ ਤਾਂ ਤੇਰੇ ਅੰਦਰ ਹੀ ਹੈ, ਜੇਕਰ ਤੂੰ ਉਸ ਪਰਮਾਤਮਾ ਨੂੰ ਸੱਚੇ ਦਿਲੋਂ ਧਿਆਉਣਾ ਕਰੇ ਤੇ ਫਿਰ ਜਿਹੜਾ ਤੈਨੂੰ ਹਰੇਕ ਦੇ ਵਿੱਚ ਹੀ ਉਸ ਪਰਮਾਤਮਾ ਦੇ ਜਿਹੜੇ ਦਰਸ਼ਨ ਨਜ਼ਾਰੇ ਹੋਣਗੇ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਤੇ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਸਹੀ ਮਤ, ਸਹੀ ਬੁੱਧ ਜਿਹੜੀ ਦੇ ਦਿੱਤੀ ਹੈ, ਤੇ ਫਿਰ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਿੱਲੀ ਦੇ ਵਿੱਚ ਸੀਸ ਕਟਾਉਣਾ ਕੀਤਾ ਹੈ। ਨਾਲ ਸਿੰਘ ਨੇ ਉਹ ਸਭ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਿਆਇ ਬਾਣੀ ਦੇ ਨਾਲ ਜੁੜੇ ਹੋਏ ਸਨ, ਪਰਮਾਤਮਾ ਦੇ ਨਾਲ ਜੁੜੇ ਸਨ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਜਾਣ ਕਰਕੇ ਉਹਨਾਂ ਨੇ ਵੀ ਜਿਹੜੀ ਸ਼ਹੀਦੀ ਜਿਹੜੀ ਪ੍ਰਾਪਤ ਕਰਨਾ ਕੀਤੀ ਹੈ। ਜੇਕਰ ਇਤਿਹਾਸ ਦੇ ਪੰਨਿਆਂ ਨੂੰ ਥੋੜਾ ਹੋਰ ਵਾਚਨਾ ਕਰੀਏ ਤੇ ਮੀਰ ਮਨੂ ਦੀਆਂ ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਉਣੇ ਕੀਤੇ ਨੇ, ਇਹ ਸਭ ਕੁਝ ਉਸ ਪਰਮਾਤਮਾ ਦੇ ਪਿਆਰ ਦੇ ਨਾਈ ਹੈ। ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ, ਸੁਆਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ। ਉਸ ਪਰਮਾਤਮਾ ਨੇ ਉਹਨਾਂ ਨੂੰ ਜਿਹੜੀ ਸੁਮੱਤ ਬਖਸ਼ੀ ਹੋਈ ਸੀ, ਬਾਣੀ ਅਤੇ ਬਾਣੀ ਦੇ ਨਾਲ ਜੁੜੇ ਹੋਏ ਸਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਜਾਣ ਕਰਕੇ ਆਪਣੇ ਬੱਚਿਆਂ ਦਾ ਜਿਹੜਾ ਟੋਟੇ ਕਰਵਾ ਕੇ ਘਰਾਂ ਦੇ ਵਿੱਚ ਹਾਰ ਪਵਾਏ ਸਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਹੀ ਫਰਮਾਉਣਾ ਕਰਦੇ ਨੇ ਕਿ ਜੇਕਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਹੈ ਤੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਮ ਤੋਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਕਿਰਪਾ ਕਰੋ, ਜੇਕਰ ਤੁਸੀਂ ਆਪਣੇ ਨਾਮ ਬਾਣੀ ਦੇ ਨਾਲ ਜੁੜ ਲਵੋ ਤਾਂ ਮੇਰਾ ਜਿਹੜਾ ਜੀਵਨ ਸਫਲਾ ਹੋ ਸਕੇਗਾ। ਇਹ ਸਭ ਕੁਝ ਅਰਦਾਸ ਦੇ ਸਦਕਾ ਹੀ ਨਿਆਈ ਜਿਹੜਾ ਹੀ ਪ੍ਰਾਪਤ ਹੋ ਸਕਦਾ ਹੈ, ਅਰਦਾਸ ਤੋਂ ਬਿਨਾਂ ਕੁਝ ਵੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਹੀ ਬੀਬੀਆਂ ਵੀ ਜਿਹੜਾ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਵੀ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ ਨੇ, ਹਾਰ ਪਵਾਉਣੇ ਕੀਤੇ ਨੇ। ਤੇ ਸੰਧਿਆ ਵਾਲਾ ਸਮਾਂ ਹੋਇਆ ਹੈ ਤੇ ਅਰਦਾਸ ਦੇ ਬੋਲ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਾਰ ਪੈਰ ਦਿਨ ਚੜਿਆ ਆਪ ਜੀ ਦੇ ਪਾਣੇ ਦੇ ਅੰਦਰ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈ ਹੈ, ਕਿਰਪਾ ਕਰਨੀ ਪਾਤਸ਼ਾਹ ਮਹਾਰਾਜ ਜੀ ਆਪਣੇ ਭਾਣੇ ਦੇ ਅੰਦਰ ਬਤੀਤ ਕਰਵਾ ਲੈਣੀ। ਤੇ ਜਦੋਂ ਇਹ ਬਚਨ ਮੀਰ ਮਨੂ ਦੇ ਕੰਨਾਂ ਦੇ ਵਿੱਚ ਪਏ ਹੋਏ ਨੇ ਤੇ ਮੀਰ ਮਨੂ ਜਿਹੜਾ ਕਲਪ ਗਿਆ ਹੈ ਕਿ ਮੈਂ ਇਹਨਾਂ ਨੂੰ ਬੀਬੀਆਂ ਨੂੰ ਇੰਨੇ ਤਸੀਹੇ ਦੇ ਕੇ ਬੱਚਿਆਂ ਦੇ ਟੋਟੇ ਕਰਵਾ ਕੇ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇ ਨੇ, ਪਰ ਇਹ ਜਿਹੜੇ ਆਪਣੇ ਧਰਮ ਤੋਂ ਜਿਹੜੇ ਨਹੀਂ ਡੋਲਦੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਿਆਇ ਹੀ ਉਹਨਾਂ ਨੇ ਵੀ ਜਿਹੜਾ ਭਾਣਾ ਮੰਨਣਾ ਕੀਤਾ ਹੈ, ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ। ਤੇ ਫਿਰ ਉਹ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਇੱਕ ਮਿਕ ਹੋਏ ਸਨ, ਬਾਣੀ ਅਤੇ ਬਾਣੀ ਦੇ ਨਾਲ ਜੁੜੇ ਹੋਏ ਸਨ। ਤੇ ਪਾਤਸ਼ਾਹ ਮਹਾਰਾਜ ਜੀ ਰਹਾਉ ਵਾਲੇ ਪਦੇ ਦੇ ਅੰਦਰ ਇਹ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਪਿਆਰਿਆਂ ਨੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ, ਨਾਮ ਦੇ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕੀਤੀ ਹੈ, ਤੇ ਫਿਰ ਉਹ ਪਰਮਾਤਮਾ ਦੇ ਪਿਆਰੇ ਹੋ ਕੇ ਇਸ ਸੰਸਾਰ ਦੇ ਵਿੱਚ ਕੂਚ ਕਰ ਗਏ ਨੇ। ਰਹਾਉ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਜਰਾ ਠਹਿਰਾਓ ਦੇ ਵਿੱਚ ਆ ਕਰਕੇ ਇਸ ਸ਼ਬਦ ਨੂੰ ਜਿਹੜਾ ਸਮਝਣਾ ਕਰੋ, ਰਹਾਉ ਵਾਲੇ ਪਦੇ ਨੂੰ ਸਮਝਣਾ ਕਰੋ। ਤੇ ਪਾਤਸ਼ਾਹ ਮਹਾਰਾਜ ਜੀ ਪਹਿਲੇ ਬੰਦ ਦੇ ਅੰਦਰ ਸਮਝਾਉਣਾ ਕਰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅੰਬੁਦ ਬਾਦੇ। ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਮਨੁੱਖਾ ਜੇਕਰ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ, ਉਸ ਪਰਮਾਤਮਾ ਦੇ ਬਾਣੀ ਦੇ ਨਾਲ ਸਾਂਝ ਪਾਉਣੀ ਕਰ। ਜੇਕਰ ਤੂੰ ਉਸ ਪਰਮਾਤਮਾ ਦੇ ਬਾਣੀ ਦੇ ਨਾਲ ਸਾਂਝ ਪਾਈ ਹੈ ਤੇ ਉਸ ਸ਼ਬਦ ਨੂੰ, ਉਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਵੀ ਬਣਾ। ਤੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਆਸਾ ਦੀ ਵਾਰ ਦੇ ਵਿੱਚ ਪੜ ਗੱਡੀ ਲੱਦੀ ਹੈ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਜੇਕਰ ਤੂੰ ਪੜ ਕੇ ਗੱਡੀਆਂ ਜੇਕਰ ਲੱਦੀ ਗਿਆ, ਪੜਿਆ ਸਭ ਕੁਝ ਤੇਰੇ ਵਿਅਰਥ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਤੇ ਇੰਨੀਆਂ ਜਿਹੜੀਆਂ ਪੋਥੀਆਂ ਜੇਕਰ ਤੂੰ ਪੜ ਵੀ ਲਵੇਂ, ਇਹ ਤੇਰੇ ਕੰਮ ਨਹੀਂ ਆਉਣ ਵਾਲੀਆਂ ਜੇਕਰ ਤੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਆਪਣੇ ਨਾਮ ਦੇ ਉਸ ਪਰਮਾਤਮਾ ਦੇ ਸ਼ਬਦ ਦੇ ਨਾਲ ਸਾਂਝ ਪਾਉਣੀ ਨਾ ਕੀਤੀ। ਪੜ ਗੱਡੀ ਲੱਦੀ ਹੈ, ਪੜ ਪਰੀਏ ਸਾਥ, ਪੜ ਬੇੜੀ ਪਾਈ ਹੈ, ਪੜ ਗੱਡੀ ਹੈ ਖਾਤ। ਤੇ ਇਨ੍ਹਾਂ ਪੁਸਤਕਾਂ ਨੂੰ ਪੜ ਕੇ ਵੀ ਜੇਕਰ ਤੂੰ ਪੜ ਰੱਖੀ ਹੀ ਗਿਆ, ਸ਼ਬਦ ਦੇ ਨਾਲ ਸਾਂਝ ਪਾਉਣੀ ਨਾ ਕੀਤੀ, ਤੇ ਸਭ ਕੁਝ ਜਿਹੜਾ ਤੇਰੇ ਵਿਅਰਥ ਹੈ।
ਤੇ ਪਾਤਸ਼ਾਹ ਮਹਾਰਾਜ ਜੀ ਅਗਾਂਹ ਸਮਝਾਉਣਾ ਕਰਦੇ ਨੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਤੇ ਜੇਕਰ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਣੀ ਕਰਨੀ ਹੈ ਤੇ ਸਭ ਤੋਂ ਪਹਿਲਾਂ ਸ਼ਬਦ ਦੇ ਨਾਲ ਪ੍ਰੀਤ ਪਾਉਣੀ ਕਰ, ਤਾਂ ਹੀ ਜਿਹੜਾ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਸਫਲਾ ਹੋ ਸਕਦਾ ਹੈ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਤੇ ਜਿੰਨਾ ਚੱਕਰ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਤੇਰੇ ਅੰਦਰ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਜੇ ਕਰਨ ਤਾਂ ਹੀ ਜਿਹੜੇ ਛੁੱਟ ਸਕਦੇ ਨੇ। ਪੰਜ ਜਨਾ ਸਿਓ ਸੰਗ ਨਾ ਛੁਟਕੇ, ਅਦਕ ਅਹੰ ਬੁੱਧ ਬਾਧੇ। ਤੇ ਜਿਨ੍ਹਾਂ ਦਾ ਇਸ ਪੰਜਾਂ ਵਿਕਾਰਾਂ ਦੇ ਨਾਲ ਸਾਥ ਪੈ ਗਿਆ ਹੈ ਤੇ ਉਹ ਫਿਰ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਪੰਜਾਂ ਵਿਕਾਰਾਂ ਦੇ ਵਿੱਚ ਹੀ ਘਿਰੇ ਰਹਿੰਦੇ ਨੇ। ਕਾਮ ਦੇ ਵਿੱਚ ਘਿਰੇ ਰਹਿੰਦੇ ਨੇ, ਲੋਭ ਦੇ ਵਿੱਚ ਘਿਰੇ ਰਹਿੰਦੇ ਨੇ, ਲਾਲਚ ਦੇ ਵਿੱਚ ਘਿਰੇ ਹੋਏ ਰਹਿੰਦੇ ਨੇ। ਉਹਨਾਂ ਨੂੰ ਇਹੀ ਲੱਗਦਾ ਹੈ ਕਿ ਇਸ ਸੰਸਾਰ ਦੇ ਵਿੱਚ ਜੇਕਰ ਆਇਆ ਹਾਂ ਤੇ ਸਭ ਕੁਝ ਧਨ ਦੌਲਤ ਹੀ ਹੈ, ਇਕੱਠਾ ਕਰਨ ਵਾਸਤੇ ਜਿਹੜਾ ਭੱਜ ਦੌੜ ਕਰਦਾ ਫਿਰਦਾ ਹੈ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਤੇ ਸਭ ਕੁਝ ਇਸ ਸੰਸਾਰ ਦੇ ਵਿੱਚ ਜਿੰਨਾ ਚੱਕਰ ਮਨੁੱਖ ਦੇ ਕੋਲ ਸੁੱਖ ਨੇ, ਉਹਨਾਂ ਚੱਕਰ ਇਸ ਸੰਸਾਰ ਦੇ ਵਿੱਚ ਰਿਸ਼ਤੇਦਾਰ, ਭੈਣ ਭਰਾ ਸਭ ਨੇ। ਜਦੋਂ ਇਸ ਸੰਸਾਰ ਦੇ ਵਿੱਚ ਉਸ ਪਰਮਾਤਮਾ ਨੇ ਦੋ ਪਹਿਲੂ ਬਣਾਏ ਹੋਏ ਨੇ, ਦਿਨ ਬਣਾਇਆ ਤੇ ਰਾਤ ਵੀ ਬਣਾਈ ਹੈ, ਸੁੱਖ ਬਣਾਇਆ ਤੇ ਦੁੱਖ ਵੀ ਬਣਾਇਆ। ਤੇ ਜਦੋਂ ਦੁੱਖ ਆਉਂਦਾ ਮਨੁੱਖ ਦੇ ਸਰੀਰ ਦੇ ਉੱਪਰ ਤੇ ਫਿਰ ਸਾਰੇ ਪਾਸਾ ਵੱਟ ਜਾਂਦੇ ਨੇ। ਫਿਰ ਕੌਣ ਸਾਥ ਕਰਦਾ ਹੈ? ਪਰਮਾਤਮਾ ਕਰਦਾ ਹੈ। ਉਸ ਪਰਮਾਤਮਾ ਦੇ ਨਿਆਈ ਹੋਰ ਕੋਈ ਵੀ ਨਹੀਂ ਇਸ ਸੰਸਾਰ ਦੇ ਵਿੱਚ। ਜੇਕਰ ਕੋਈ ਮਨੁੱਖ ਦਾ ਹੱਥ ਫੜ ਲਵੇ, ਆਸਰਾ ਬਣਦਾ ਤੇ ਪਰਮਾਤਮਾ ਹੀ ਬਣਦਾ ਹੈ। ਉਸ ਤੋਂ ਬਗੈਰ ਕੋਈ ਵੀ ਜਿਹੜਾ ਆਸਰਾ ਨਹੀਂ ਬਣਦਾ। ਤੇ ਜੇਕਰ ਉਸ ਪਰਮਾਤਮਾ ਤੋਂ ਪੁੱਛਣਾ ਕਰੀਏ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਤੇ ਫਿਰ ਮਨੁੱਖ ਜਿਹੜਾ ਇਹਨਾਂ ਪੰਜਾਂ ਵਿਕਾਰਾਂ ਦੇ ਨਾਲ ਹੀ ਘਿਰਿਆ ਰਹਿੰਦਾ ਹੈ, ਪੰਜਾਂ ਦੇ ਨਾਲ ਹੀ ਇਸ ਦਾ ਸਾਥ ਨਹੀਂ ਮੁੱਕਦਾ। ਜੇਕਰ ਸਾਥ ਮੁਕਾਉਣਾ ਹੈ ਤੇ ਉਸ ਪਰਮਾਤਮਾ ਦੇ ਨਾਮ ਦੇ ਬਾਣੀ ਦੇ ਨਾਲ ਸਾਂਝ ਪਾਉਣੀ ਕਰ। ਮਾਫ ਕਰਨਾ ਜੀ, ਕਈ ਵਾਰ ਮਨੁੱਖ ਤਾਂ ਪਰਮਾਤਮਾ ਦੀ ਬਾਣੀ ਨੂੰ ਪੜ੍ਹ ਕੇ ਇਹ ਦੱਸਣਾ ਕਰਦਾ ਹੈ ਲੋਕਾਂ ਨੂੰ ਕਿ ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਏ, ਇੰਨੀ ਬਾਣੀ ਪੜ੍ਹ ਲਈ, ਇੰਨੇ ਪਾਠ ਕਰਵਾ ਲਏ। ਤੇ ਸਭ ਕੁਝ ਉਸ ਪਰਮਾਤਮਾ ਦੇ ਹੰਕਾਰ ਦੇ ਵਿੱਚ ਕਰਨਾ ਕਰਦਾ ਹੈ। ਪਰਮਾਤਮਾ ਨੇ ਜਿਹੜੇ ਪੰਜ ਵਿਕਾਰ ਸਭ ਕੁਝ ਇਸ ਮਨੁੱਖ ਦੇ ਅੰਦਰ ਹੀ ਪਾਏ ਹੋਏ ਨੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਤੇ ਫਿਰ ਜਿਹੜਾ ਹੰਕਾਰ ਦੇ ਵਿੱਚ ਦੱਸਣਾ ਕਰਦਾ ਲੋਕਾਂ ਨੂੰ ਕਿ ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰ ਲਏ, ਮੈਂ ਇੰਨੇ ਬਾਣੀ ਪੜ੍ਹ ਲਈ, ਇੰਨੀ ਬਾਣੀ ਮੈਨੂੰ ਕੰਠ ਹੈ। ਇਹ ਸਭ ਕੁਝ ਉਸ ਪਰਮਾਤਮਾ ਦੇ ਹੰਕਾਰ ਦੇ ਵਿੱਚ ਦੱਸਣਾ ਕਰਦਾ ਹੈ। ਜੇਕਰ ਉਸ ਪਰਮਾਤਮਾ ਨੇ ਪੰਜ ਵਿਕਾਰ ਪਾਏ ਨੇ ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਇਹਨਾਂ ਪੰਜਾਂ ਦੇ ਉੱਪਰ ਕਾਬੂ ਜਿਹੜਾ ਉਹ ਪਾ, ਤਾਂ ਕਿ ਜਿਹੜਾ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਸਫਲਾ ਹੋ ਸਕੇ। ਤੇ ਜਿਹੜੇ ਮਨੁੱਖ ਉਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਹੀ ਬੱਝੇ ਰਹਿੰਦੇ ਨੇ, ਫਿਰ ਉਹ ਪੰਜ ਵਿਕਾਰ ਉਹਨਾਂ ਦੇ ਇਸੇ ਤਰ੍ਹਾਂ ਹੀ ਸਾਥ ਚਲੇ ਜਾਂਦੇ ਨੇ। ਉਹ ਖਾਲੀ ਹਾਥੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਖਾਲੀ ਹਾਥੀ ਇਸ ਸੰਸਾਰ ਦੇ ਵਿੱਚ ਚਲੇ ਜਾਂਦੇ ਨੇ। ਤੇ ਪਾਤਸ਼ਾਹ ਮਹਾਰਾਜ ਜੀ ਰਹਾਉ ਵਾਲੇ ਪਦੇ ਤੋਂ ਅਗਾਂਹ ਸਮਝਾਉਣਾ ਕਰਦੇ ਨੇ, ਮੌਨ ਪਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੈ ਨਾਹੀ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਕਿਸ ਪ੍ਰਕਾਰ ਜਿਹੜੇ ਜੋਗੀ ਨੇ ਉਹ ਆਪਣੇ ਮੌਨ ਦੇ ਅੰਦਰ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਤੇ ਉਹ ਫਿਰ ਜਿਹੜੇ ਜੋਗੀ ਹੁੰਦੇ ਨੇ ਉਹ ਚੁੱਪ ਚਾਪ ਜਿਹੜਾ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ, ਪਰਿਵਾਰ ਨੂੰ ਆਪਣੇ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ। ਤੇ ਜੰਗਲਾਂ ਦੇ ਵਿੱਚ ਜਾ ਕਰਕੇ ਚੁੱਪ ਚਾਪ ਕਰਕੇ ਜਿਹੜੇ ਸਾਧਨਾ ਕਰਨਾ ਕਰਦੇ ਨੇ ਉਸ ਪਰਮਾਤਮਾ ਨੂੰ ਪਾਉਣ ਵਾਸਤੇ। ਤੇ ਜੇਕਰ ਉਸ ਪਰਮਾਤਮਾ ਨੂੰ ਪਾਉਣਾ ਹੈ ਤੇ ਤੂੰ ਗ੍ਰਸਤ ਜੀਵਨ ਦੇ ਵਿੱਚ ਵੀ ਰਹਿ ਕਰਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ ਸਕਦਾ ਹੈ। ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਜਿਹੜਾ ਗ੍ਰਸਤ ਧਰਮ ਨੂੰ ਜਿਹੜਾ
ਦੱਸਣਾ ਕੀਤਾ ਹੈ, ਸਭ ਤੋਂ ਉੱਤਮ ਦੱਸਣਾ ਕੀਤਾ ਹੈ। ਜੇਕਰ ਜੰਗਲਾਂ ਦੇ ਵਿੱਚ ਜਾ ਕਰਕੇ ਰੱਬ ਮਿਲਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਪੰਛੀਆਂ ਨੂੰ ਮਿਲਦਾ। ਪੰਛੀ ਕਿਉਂਕਿ ਜੰਗਲ ਦੇ ਵਿੱਚ ਰਹਿੰਦੇ ਨੇ। ਤੇ ਜੇਕਰ ਸਭ ਤੋਂ ਪਹਿਲਾਂ ਤੀਰਥਾਂ ਦੇ ਉੱਪਰ ਜਾ ਕਰਕੇ ਨਹਾਉਣ ਦੇ ਨਾਲ ਹੀ ਪਰਮਾਤਮਾ ਮਿਲਦਾ ਤਾਂ ਸਭ ਤੋਂ ਪਹਿਲਾਂ ਡੱਡੂਆਂ ਮੱਛੀਆਂ ਨੂੰ ਮਿਲਦਾ, ਕਿਉਂਕਿ 24 ਘੰਟੇ ਉਹ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ। ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਤੀਰਥਾਂ ਦੇ ਉੱਪਰ ਜਾ, ਪਰ ਇਸ ਤਰ੍ਹਾਂ ਨਾ ਜਾ ਕਿ ਉਸ ਸਥਾਨ ਦੇ ਉੱਪਰ ਜਾ ਕਰਕੇ ਜਿਹੜਾ ਕਦੀ ਇਸ ਸਥਾਨ ਦੇ ਉੱਪਰ ਚਲਿਆ ਜੇ, ਕਦੀ ਉਸ ਸਥਾਨ ਦੇ ਉੱਪਰ ਚਲਿਆ ਗਿਆ। ਤੇ ਜੇਕਰ ਉਸ ਪਰਮਾਤਮਾ ਦੇ ਇੱਕ ਦਾ ਹੋ ਕਰਕੇ ਰਹੇਗਾ ਤੇ ਉਹ ਪਰਮਾਤਮਾ ਵੀ ਤੇਰੇ ਜਿਹੜੇ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਜਾਪਨ ਦੁੱਖ ਮੈਂ ਦੁੱਖ ਦੇ ਵਿੱਚ ਉਹ ਪਰਮਾਤਮਾ ਵੀ ਆਪ ਜਿਹੜਾ ਅੰਗ ਸੰਗ ਕੀ ਸਹਾਇਤਾ ਕਰਨਾ ਕਰਦਾ ਹੈ। ਦੁੱਖ ਬਿਨ ਸੇ ਸਹਿ ਗਿਓ ਸ਼ਰਨ ਗਈ ਹਰ ਰਾਏ। ਜਦੋਂ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤੇ ਉਹ ਪਰਮਾਤਮਾ ਆਪਣੇ ਸੇਵਕ ਦੇ ਦੁੱਖ ਆਪ ਹੀ ਕੱਟਦਾ ਹੈ। ਮੋਨ ਪਿਓ ਕਿਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਤੇ ਚੁੱਪ ਚਾਪ ਜਾ ਕਰਕੇ ਜੰਗਲਾਂ ਦੇ ਵਿੱਚ ਬੈਠਾ ਹੈ, ਮੌਨ ਸਾਧਨਾ ਕਰਕੇ ਬੈਠਾ ਹੈ ਤੇ ਭਾਂਡਿਆਂ ਦੇ ਥਾਂ ਆਪਣੇ ਹੱਥ ਦੀ ਜਿਹੜੀ ਵਰਤਨਾ ਕਰਦਾ ਹੈ। ਹੱਥ ਦੇ ਵਿੱਚ ਹੀ ਜਿਹੜਾ ਪ੍ਰਸ਼ਾਦਾ ਪਾਣੀ ਛਕਣਾ ਕਰਦਾ ਹੈ। ਆਪਾਂ ਕਈ ਵਾਰ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਦੋਂ ਜੋਗੀ ਆਉਂਦੇ ਨੇ ਤੇ ਉਹਨਾਂ ਦੇ ਹੱਥ ਦੇ ਵਿੱਚ ਖੱਪਰ ਹੁੰਦਾ ਹੈ, ਕਾਲੇ ਰੰਗ ਦਾ, ਉਸ ਨੂੰ ਖੱਪਰ ਕਹਿੰਦੇ ਨੇ। ਤੇ ਉਹ ਕਦੀ ਵੀ ਜਿਹੜਾ ਭਾਂਡੇ ਦੀ ਵਰਤੋਂ ਨਹੀਂ ਕਰਦੇ, ਹਮੇਸ਼ਾ ਜਿਹੜੇ ਆਪਣੇ ਹੱਥ ਦੇ ਉੱਪਰ ਪ੍ਰਸ਼ਾਦਾ ਪਾਣੀ ਲੈ ਕਰਕੇ ਜਿਹੜਾ ਛਕਣਾ ਕਰਦੇ ਨੇ। ਤੇ ਕੋਈ ਵੀ ਜਿਹੜਾ ਜੰਗਲਾਂ ਦੇ ਵਿੱਚ ਜਿਹੜੇ ਕਈ ਜੋਗੀ ਨੇ ਉਹ ਨਗਨ ਫਿਰਿਓ ਬਿਨ ਮਾਹੀ, ਤੇ ਨਗਨ ਅਵਸਥਾ ਦੇ ਵਿੱਚ ਜਿਹੜੇ ਤੁਰੇ ਫਿਰਦੇ ਨੇ ਜੰਗਲਾਂ ਦੇ ਵਿੱਚ। ਤੇ ਪਾਤਸ਼ਾਹ ਮਹਾਰਾਜ ਜੀ ਅਗਾਂਹ ਫਰਮਾਉਣਾ ਕਰਦੇ ਨੇ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ। ਤੇ ਕਈ ਮਨੁੱਖ ਇਸ ਸੰਸਾਰ ਦੇ ਉੱਪਰ ਆ ਕਰਕੇ ਤੀਰਥਾਂ ਦੇ ਉੱਪਰ ਜਾਣਾ ਕਰਦੇ ਨੇ। ਸਾਰੀ ਧਰਤੀ ਜਿਹੜੀ ਘੁੰਮ ਲਈ ਹੈ, ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ। ਸਾਰੀ ਧਰਤੀ ਨੂੰ ਜਿਹੜਾ ਘੁੰਮਣਾ ਕੀਤਾ ਹੈ, ਪਰ ਪਰਮਾਤਮਾ ਦਾ ਨਾਮ ਦੀ ਪ੍ਰੀਤ ਨਹੀਂ ਪਈ। ਦੁਬਦਾ ਛੁਟਕੇ ਨਾਹੀ, ਦੁਬਦਾ ਦੇ ਵਿੱਚ ਹੀ ਪਿਆ ਰਿਹਾ, ਦੁਬਦਾ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਤੁਰਿਆ ਫਿਰਦਾ ਹੈ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚੁਤਰਾਈ। ਦੁਬਦਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਮਨ ਨੂੰ ਸਮਝਾਉਣਾ ਕਰ, ਮਨ ਰੇ। ਪਾਤਸ਼ਾਹ ਮਹਾਰਾਜ ਨੇ ਸੰਬੋਧਨ ਕਰਕੇ ਆਖਣਾ ਕੀਤਾ ਹੈ, ਵਿਆਕਰਨ ਤੌਰ ਤੇ ਦੇਖਿਆ ਜਾਵੇ, ਆਵਾਜ਼ ਮਾਰ ਕੇ ਆਖਣਾ ਕੀਤਾ ਹੈ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਜੰਗਲਾਂ ਦੇ ਵਿੱਚ ਕਾਰੇ ਵਾਸਤੇ ਜਿਹੜਾ ਭਟਕਦਾ ਫਿਰਦਾ ਹੈ, ਉਸ ਪਰਮਾਤਮਾ ਦੀ ਕਿਰਪਾ ਦੇ ਨਿਆਈ ਕਿਰਪਾ ਦੇ ਸਦਕਾ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰ। ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੰਦਨਾ ਕਰ, ਦੋਵੇਂ ਕਰ ਜੋੜ ਕਰੂੰ ਅਰਦਾਸ, ਤੁਧ ਪਾਵੇ ਤਾਂ ਆਣੇ ਰਾਸ। ਕਿਰਪਾ ਕਰੋ ਪਾਤਸ਼ਾਹ ਮਹਾਰਾਜ ਜੀ, ਆਪ ਕਿਰਪਾ ਕਰੋ ਤਾਂ ਕਿ ਜਿਹੜੇ ਮੇਰੇ ਮਨ ਦੀ ਹੈ ਕਾਮਨਾ ਜਿਹੜੀ ਉਹ ਪੂਰੀ ਹੋ ਜਾਏ। ਤੇ ਪਾਤਸ਼ਾਹ ਮਹਾਰਾਜ ਜੀ ਤੀਸਰੇ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਈ। ਮਨ ਕੀ ਮੈਲ ਨਾ ਉਤਰੇ ਏ ਬਿਦ, ਜੇ ਲੱਖ ਯਤਨ ਕਰਾਈ। ਜਿੰਨੀ ਮਰਜ਼ੀ ਯਤਨ ਕਰ ਲੈ, ਜੇਕਰ ਉਸ ਪਰਮਾਤਮਾ ਦੀ ਕਿਰਪਾ ਦੇ ਬਗੈਰ ਤੂੰ ਭੱਜਾ ਫਿਰਦਾ ਹੈ, ਜਿੰਨਾ ਚੱਕਰ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੋਈ, ਉਹਨਾਂ ਚੱਕਰ ਜਿਹੜਾ ਤੈਨੂੰ ਉਸ ਪਰਮਾਤਮਾ ਦਾ ਨਾਮ ਦੇ ਨਾਲ ਪ੍ਰੀਤ ਨਹੀਂ ਬਣੇਗੀ। ਆਪਣੇ ਮਨ ਨੂੰ ਟਿਕਾਉਣਾ ਕਰ, ਇਕਾਗਰ ਕਰਨਾ ਕਰ। ਜੇਕਰ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ, ਸਤ ਸੰਗਤ ਦੀਆਂ ਘੜੀਆਂ ਨੂੰ ਮੰਨਣਾ ਕਰ। ਆਪ ਸਭ ਵਡਭਾਗੀਓ ਜੋ ਕਿ ਸਤ ਸੰਗਤ ਦੀਆਂ ਘੜੀਆਂ ਨੂੰ ਜਿਹੜਾ ਮੰਨ ਰਹੇ ਹੋ। ਕਿਰਪਾ ਕੀਤੀ ਹੈ ਪਾਤਸ਼ਾਹ ਮਹਾਰਾਜ ਜੀ ਨੇ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਉਸ ਪਰਮਾਤਮਾ ਨੇ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਈ। ਮਨ ਕੀ ਮੈਲ ਨਾ ਉਤਰੇ ਏ ਬਿਦ, ਜੇ ਲੱਖ ਯਤਨ ਕਰਾਈ।
ਜੇਕਰ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਹੈ, ਸਭ ਤੋਂ ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਕਰ। ਤਾਂ ਹੀ ਜਿਹੜਾ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਪ੍ਰੀਤ ਪਾ ਸਕਦਾ ਹੈ। ਮਨ ਦੀ ਮੈਲ ਨੂੰ ਉਤਾਰਨਾ ਕਰ। ਤੇ ਮਨ ਦੀ ਮੈਲ ਕਿਸ ਤਰ੍ਹਾਂ ਉਤਰ ਸਕਦੀ ਹੈ? ਉਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ, ਬਾਣੀ ਦੇ ਨਾਲ ਪ੍ਰੀਤ ਪਾ ਕੇ। ਤਨ ਦੀ ਜਿਹੜੀ ਮੈਲ ਹੈ ਤੂੰ ਨਹਾ ਕੇ ਉਤਾਰ ਲੈਣਾ ਹੈ। ਵਧੀਆ ਤੋਂ ਵਧੀਆ ਸਾਬਣ ਲਾਉਣਾ ਇਸ ਸਰੀਰ ਦੇ ਉੱਪਰ। ਤੇ ਪਰ ਜੇਕਰ ਤੇਰੀ ਮਨ ਦੀ ਮੈਲ ਨਾ ਉਤਰੇ ਤੇ ਫਿਰ ਤੇਰਾ ਬਾਹਰੋਂ ਨਾਤਾ ਵੀ ਕਿਸੇ ਕੰਮ ਨਹੀਂ ਹੈ। ਕਣਕ ਕਾਮਣੀ ਹੈਵਰ ਗੈਵਰ ਬਹੁ ਬਿਦ ਦਾਨ ਤਾਰਾ ਅਨ ਬਸਤਰ ਭੂਮ ਬੋ ਅਰਪੈ ਨਹਿ ਮਿਲੀਐ ਹਰ ਦੁਆਰਾ। ਜੇਕਰ ਤੇਰੇ ਕੋਲ ਇਸ ਸੰਸਾਰ ਦੇ ਵਿੱਚ ਵਧੀਆ ਤੋਂ ਵਧੀਆ ਘੋੜੇ ਹਾਥੀ ਨੇ, ਇਹ ਸਭ ਕੁਝ ਤੂੰ ਦਾਨ ਕਰਕੇ ਅਨ ਬਸਤਰ ਭੂੰਬੋ ਅਰਪੈ ਨਹਿ ਮਿਲੀਏ ਹਰ ਦੁਆਰਾ। ਭੋਜਨ ਦਾਨ ਕਰਦਾ ਹੈ ਲੋਕਾਂ ਨੂੰ, ਦਾਨ ਬਸਤਰ ਕਰਦਾ ਹੈ, ਕੱਪੜੇ ਜਿਹੜੇ ਉਹ ਦਾਨ ਕਰਦਾ ਹੈ। ਇਹ ਸਭ ਕੁਝ ਪਰਮਾਤਮਾ ਜੀ ਕਹਿੰਦੇ ਨੇ ਵਿਅਰਥ ਨੇ। ਇਸ ਤਰ੍ਹਾਂ ਤੈਨੂੰ ਜਿਹੜਾ ਉਸ ਪਰਮਾਤਮਾ ਦਾ, ਸੱਚੇ ਪਰਮਾਤਮਾ ਦਾ ਦੁਆਰਾ ਨਹੀਂ ਪ੍ਰਾਪਤ ਹੋਣਾ। ਕਣਕ ਕਾਮਣੀ ਹੈਵਰ ਗੈਵਰ ਬਹੁ ਬਿਦ ਦਾਨ ਦਤਾਰਾ ਅਨ ਬਸਤਰ ਭੂਮ ਅਰਪੈ ਨਹਿ ਮਿਲੀਏ ਹਰ ਦੁਆਰਾ। ਤੇ ਜੇਕਰ ਤੂੰ ਉਸ ਪਰਮਾਤਮਾ ਦਾ ਸੱਚੇ ਦਿਲੋਂ ਦੁਆਰਾ ਮਿਲਣਾ ਹੈ, ਦੁਆਰਾ ਲੈਣਾ ਹੈ, ਤੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਕਰ। ਤਾਂ ਹੀ ਜਿਹੜਾ ਤੈਨੂੰ ਉਸ ਪਰਮਾਤਮਾ ਦਾ, ਸੱਚੇ ਗੁਰੂ ਦਾ ਜਿਹੜਾ ਦੁਆਰਾ ਮਿਲਣਾ ਹੈ। ਤੇ ਜੇਕਰ ਤੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਕਈਆਂ ਮਨੁੱਖਾਂ ਨੂੰ ਦਾਨ ਕਰਦਾ ਫਿਰਦਾ ਹੈ, ਅੰਨ ਦੀ, ਕੱਪੜੇ ਦਾਨ ਕਰਦਾ ਫਿਰਦਾ, ਆਪਣੀ ਜ਼ਮੀਨ ਦਾਨ ਕਰਦਾ ਫਿਰਦਾ ਹੈ, ਇਸ ਤਰ੍ਹਾਂ ਵੀ ਪਰਮਾਤਮਾ ਦੇ ਦਰ ਦੇ ਉੱਪਰ ਜਿਹੜਾ ਪਹੁੰਚਿਆ ਨਹੀਂ ਜਾ ਸਕਦਾ। ਤੇ ਪਾਤਸ਼ਾਹ ਮਹਾਰਾਜ ਜੀ ਪੰਜਵੇਂ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਪੂਜਾ ਅਰਚਾ ਬੰਧਨ ਡੰਡੌਤ ਖਟ ਕਰ ਮਾਰਤ ਰਹਿਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਤੇ ਇਹਨਾਂ ਜੁਗਤਾਂ ਦੇ ਨਾਲ ਵੀ ਜਿਹੜਾ ਤੈਨੂੰ ਪਰਮਾਤਮਾ ਨਹੀਂ ਪ੍ਰਾਪਤ ਹੋਣਾ। ਆਪਾਂ ਕਈ ਵਾਰ ਦੇਖਣਾ ਕਰਦੇ ਹਾਂ ਕਿ ਕਈ ਮਨੁੱਖ ਪੂਜਾ ਅਰਚਾ ਕਰਨਾ ਕਰਦੇ ਨੇ, ਉਸ ਪਰਮਾਤਮਾ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਕਰਦੇ ਨੇ, ਨਮਸਕਾਰ ਕਰਨਾ ਕਰਦੇ ਨੇ, ਡੰਡੌਤ ਕਰਨਾ ਕਰਦੇ ਨੇ, ਤੇ 6 ਕਰਮ ਵੀ ਜਿਹੜੇ ਉਹ ਕਰਨਾ ਕਰਦੇ ਨੇ। 6 ਕਰਮਾਂ ਦੇ ਨਾਲ ਵੀ ਜਿਹੜਾ ਮਨੁੱਖ ਇਸ ਬੰਧਨ ਦੇ ਵਿੱਚ ਫਸਿਆ ਹੋਇਆ, ਦੁਬਿਧਾ ਦੇ ਵਿੱਚ ਫਸਿਆ ਹੋਇਆ ਕਿ ਇਸ ਤਰ੍ਹਾਂ ਜਿਹੜਾ ਪਰਮਾਤਮਾ ਉਹ ਮੈਨੂੰ ਪ੍ਰਾਪਤ ਹੋ ਜਾਵੇਗਾ, ਉਸ ਪਰਮਾਤਮਾ ਦਾ ਦੁਆਰਾ ਜਿਹੜਾ ਪ੍ਰਾਪਤ ਹੋ ਜਾਵੇਗਾ। ਪਰ ਕਿਸੇ ਵੀ ਪ੍ਰਕਾਰ ਜਿਹੜਾ ਤੈਨੂੰ ਉਸ ਪਰਮਾਤਮਾ ਦਾ ਦੁਆਰਾ ਜਿਹੜਾ ਉਹ ਪ੍ਰਾਪਤ ਨਹੀਂ ਹੋਣਾ, ਜਿੰਨਾ ਚਿਰ ਉਹ ਪਰਮਾਤਮਾ ਕਿਰਪਾ ਨਾ ਕਰ ਦਵੇ। ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਤੇ ਹੰਕਾਰ ਦੇ ਨਾਲ ਤੁਰਿਆ ਫਿਰਦਾ ਇਸ ਸੰਸਾਰ ਦੇ ਵਿੱਚ, ਹਉਮੈ ਦੇ ਵਿੱਚ ਫਸਿਆ ਫਿਰਦਾ ਹੈ, ਬੰਧਨ ਦੇ ਵਿੱਚ ਫਸਿਆ ਹੋਇਆ ਹੈ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਅਮਰਦਾਸ ਪਾਤਸ਼ਾਹ ਮਹਾਰਾਜ ਜੀ 643 ਅੰਗ ਦੇ ਉੱਪਰ, ਕਿਹੜੇ ਬੰਧਨਾਂ ਦੇ ਕਰਕੇ ਤੂੰ ਇਸ ਸੰਸਾਰ ਦੇ ਵਿੱਚ ਫਸਿਆ ਫਿਰਦਾ ਹੈ। ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਾਨਵਕ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਜਿਹੜੇ ਇਸ ਸੰਸਾਰ ਦੇ ਵਿੱਚ ਆ ਕਰਕੇ ਮਾਇਆ ਦੇ ਵਿੱਚ ਫਸੇ ਹੋਏ ਨੇ, ਮਾਇਆ ਦੇ ਵਿੱਚ ਗਲਤਾਨ ਹੋ ਗਏ ਨੇ, ਤੇ ਫਿਰ ਇਹ ਮਾਇਆ ਇਸ ਪ੍ਰਕਾਰ ਹੈ, ਬਿਨਾਂ ਦੰਦਾਂ ਤੋਂ ਹੀ ਮਨੁੱਖ ਨੂੰ ਜਿਹੜੀ ਉਹ ਖਾਈ ਜਾ ਰਹੀ ਹੈ। ਮਨਮੁਖ ਖਾਦੇ, ਜਿਹੜੇ ਮਨਮੁਖ ਹੁੰਦੇ ਨੇ ਉਹ ਫਿਰ ਮਾਇਆ ਦੇ ਵਿੱਚ ਜਿਹੜੇ ਫਸ ਜਾਂਦੇ ਨੇ, ਬੰਧਨਾਂ ਦੇ ਵਿੱਚ ਫਸ ਜਾਂਦੇ ਨੇ। ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਤੇ ਜਿਹੜੇ ਗੁਰਮੁਖ ਹੁੰਦੇ ਨੇ ਤੇ ਉਹ ਫਿਰ ਕੀ ਕਰਨਾ ਕਰਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸੱਚੇ ਦਿਲੋਂ ਧਿਆਉਣਾ ਕੀਤਾ। ਤੇ ਫਿਰ ਉਹ ਇਸ ਸੰਸਾਰ ਦੇ ਵਿੱਚ ਆਏ ਨੇ ਤੇ ਇਸ ਸੰਸਾਰ ਦੇ ਵਿੱਚ ਗਏ ਨੇ, ਤੇ ਫਿਰ ਵੀ ਉਹਨਾਂ ਦਾ ਨਾਮ ਸੁਦੀਵ ਕਾਲ ਇਸ ਸੰਸਾਰ ਦੇ ਵਿੱਚ ਹੈ।
ਤੇ ਪਾਤਸ਼ਾਹ ਮਹਾਰਾਜ ਜੀ 6ਵੇਂ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਜੋਗ ਸਿੱਧ ਆਸਨ 84 ਇਹ ਪੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਿਆ। ਤੇ ਜੋਗ ਆਸਨ ਕਰਕੇ ਉਸ ਪ੍ਰਮਾਤਮਾ ਨੂੰ ਜਿਹੜਾ ਪਾਉਣ ਦੀ ਜਿਹੜੀ ਨਿਆਈ ਤੂੰ ਜਿਹੜਾ 84 ਲੱਖ ਜਿਹੜੀਆਂ ਉਹ ਆਸਨ ਦੀਆਂ ਤਰੀਕਿਆਂ ਨੂੰ ਜਿਹੜਾ ਵਰਤਦਾ ਹੈ। ਜੋਗ ਸਿੱਧ ਆਸਨ 84 ਏ ਪੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਿਆ। ਤੇ ਜੋਗ ਮਤ ਦੇ ਵਿੱਚ ਆ ਕਰਕੇ, ਸਿੱਧਾ ਦੀ ਮਤ ਦੇ ਨਾਲ ਆ ਕਰਕੇ ਜਿਹੜੇ 84 ਲੱਖ ਜਿਹੜੀਆਂ ਤੂੰ 84 ਆਸਨ ਕਰਦਾ ਹੈ ਕਿ ਇਸ ਪ੍ਰਕਾਰ ਦੇ ਨਾਲ ਕਦੀ ਪੁੱਠਾ ਲਟਕ ਕੇ, ਕਦੀ ਆਪਣੇ ਵਾਲਾਂ ਨੂੰ ਜਿਹੜਾ ਦਰਖਤਾਂ ਦੇ ਨਾਲ ਬੰਨ ਕੇ ਪੁੱਠਾ ਲਟਕ ਕੇ ਸੋਚਣਾ ਕਰਦਾ ਹੈ ਕਿ ਇਸ ਪ੍ਰਕਾਰ ਜਿਹੜਾ ਪਰਮਾਤਮਾ ਜਿਹੜਾ ਪ੍ਰਾਪਤ ਹੋ ਜਾਵੇਗਾ। ਇਸ ਆਸਨ ਕਰਕੇ ਮੈਨੂੰ ਜਿਹੜਾ ਉਹ ਪਰਮਾਤਮਾ ਜਿਹੜਾ ਉਹ ਪ੍ਰਾਪਤ ਹੋ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੱਸਣਾ ਕਰਦੇ ਨੇ ਕਿ ਜੇਕਰ ਤੂੰ ਜੋਗ ਸਿੱਧ ਆਸਨ 84 ਏ ਪੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਿਆ। ਤੇ ਫਿਰ ਵੀ ਜਿਹੜਾ ਤੂੰ ਇਸ ਆਰਜਾ ਦੇ ਵਿੱਚ, ਉਮਰ ਦੇ ਵਿੱਚ ਆ ਕਰਕੇ ਫਿਰ ਜਨਮਾਂਤਰਾਂ ਦੇ ਗੇੜ ਦੇ ਵਿੱਚ ਹੀ ਜਿਹੜਾ ਫਸਿਆ ਰਹੇਗਾ। ਕਦੀ ਜਨਮ ਹੋ ਗਿਆ, ਇਸ ਸੰਸਾਰ ਦੇ ਵਿੱਚੋਂ ਚਲਿਆ ਗਿਆ, ਫਿਰ ਇਸ ਸੰਸਾਰ ਦੇ ਵਿੱਚ ਆਇਆ, ਫਿਰ ਇਸ ਸੰਸਾਰ ਦੇ ਵਿੱਚ ਚਲਿਆ ਗਿਆ। ਇਹ ਜਿਹੜਾ ਗੇੜ ਜਿਹੜਾ ਹਮੇਸ਼ਾ ਬਣਿਆ ਰਹੇਗਾ ਜੇਕਰ ਤੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਨਾ ਜੁੜਿਆ। ਤੇਰੀ ਉਮਰ ਲੰਮੀ ਕਰਨਾ ਚਾਹੁੰਦਾ ਹੈ ਉਸ ਪਰਮਾਤਮਾ ਦੇ ਆਸਨ ਕਰ ਕਰਕੇ, ਪਰ ਇਸ ਪ੍ਰਕਾਰ ਜਿਹੜਾ ਪਰਮਾਤਮਾ ਦਾ ਜਿਹੜਾ ਮਿਲਾਪ ਨਹੀਂ ਹੋ ਸਕਦਾ। ਮੁੜ ਕੇ ਜਿਹੜਾ ਤੂੰ ਇਸ ਜਨਮਾਂ ਦੇ ਜਮਾਂਤਰਾਂ ਦੇ ਗੇੜ ਦੇ ਵਿੱਚ ਹੀ ਜਿਹੜਾ ਉਹ ਫਸਿਆ ਰਹੇਗਾ। ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨ ਗਿਆ। ਤੇ ਪਾਤਸ਼ਾਹ ਮਹਾਰਾਜ ਜੀ 6ਵੇਂ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਤੇ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਇਸ ਰਾਜ ਦੇ ਵਿੱਚ ਆ ਕਰਕੇ ਜੇਕਰ ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ, ਤੈਨੂੰ ਇਸ ਸੰਸਾਰ ਨੂੰ ਚਲਾਉਣ ਦੀ ਸਮੱਤ ਬਖਸ਼ੀ ਹੈ, ਤੇ ਤੂੰ ਆਪਣੇ ਰਾਜ ਭਗਤਾ ਜਿਹੜਾ ਰਚਨਾ ਕਰਿਆ, ਹੁਕਮ ਅਫਾਰਾ, ਆਪਣੇ ਹੁਕਮ ਦੀ, ਆਪਣੇ ਅਦੁੱਲੀ ਦੀ, ਰਾਜ ਦੇ ਅਧੀਨ ਰਹਿ ਕਰਕੇ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਤੂੰ ਇਸ ਸੰਸਾਰ ਦੇ ਵਿੱਚ ਲੋਕਾਂ ਦੀ ਸੇਵਾ ਕਰ। ਆਪਾਂ ਕਈ ਵਾਰ ਦੇਖਣਾ ਕਰਦੇ ਹਾਂ ਕਿ ਜਿਹੜੇ ਰਾਜੇ ਹੁੰਦੇ ਨੇ ਤੇ ਮਾੜੇ ਦੇ ਉੱਪਰ ਜਿਹੜਾ ਆਪਣਾ ਹੁਕਮ ਜਿਹੜਾ ਉਚਾਰਨਾ ਕਰਦੇ ਨੇ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ, ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਤੇ ਉਹਨਾਂ ਨੂੰ ਪਰਮਾਤਮਾ ਨੇ ਕਿਰਪਾ ਕੀਤੀ ਹੋਈ, ਚੰਗੇ ਮਹਿਲ, ਚੰਗੇ ਜਿਹੜੇ ਇਸ ਤਰ੍ਹਾਂ ਪ੍ਰਕਾਰ ਦੇ ਜਿਹੜੇ ਮਹਿਲ ਮਾੜੀਆਂ ਦਿੱਤੇ ਹੋਏ ਨੇ। ਤੇ ਫਿਰ ਉਹ ਜਿਹੜੇ ਉਹਨਾਂ ਦਾ ਹੰਕਾਰ ਕਰਦੇ ਹੋਏ ਸਭਨਾਂ ਦੇ ਉੱਪਰ ਆਪਣਾ ਜਿਹੜਾ ਹੁਕਮ ਉਚਾਰਨਾ ਕਰਦੇ ਨੇ। ਰਾਜਿਆਂ ਦੇ ਵਾਲੇ 68 ਕੱਪੜੇ ਪਹਿਨਦੇ ਨੇ, ਤੇ ਇਹ ਸਭ ਕੁਝ ਹੁੰਦਾ ਹੈ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ। ਤੇ ਜਿੰਨਾ ਚੱਕਰ ਉਸ ਪਰਮਾਤਮਾ ਦਾ ਹੁਕਮ ਹੈ ਉਹਨਾਂ ਚੱਕਰ ਹੀ ਰਾਜ ਭਾਗ ਰਹਿਣਾ ਹੈ। ਜੇਕਰ ਉਸ ਪਰਮਾਤਮਾ ਨੇ ਅੱਜ ਰਾਜ ਭਾਗ ਦਿੱਤਾ ਹੈ ਤੇ ਕੱਲ ਉਹ ਵਾਪਸ ਵੀ ਲੈ ਸਕਦਾ ਹੈ। ਜਿਨ੍ਹਾਂ ਨੂੰ ਕੱਖਾਂ ਵਾਲੀ ਕੁੱਲੀ ਨਸੀਬ ਹੁੰਦੀ ਹੈ, ਕਈ ਵਾਰ ਉਹਨਾਂ ਨੂੰ ਮਹਿਲ ਮਾੜੀਆਂ ਉਹ ਪਰਮਾਤਮਾ ਦੇ ਦਿੰਦਾ ਹੈ, ਤੇ ਕਈ ਜਿਹੜੇ ਰਾਜੇ ਹੁੰਦੇ ਨੇ ਤੇ ਉਹਨਾਂ ਨੂੰ ਕੱਖਾਂ ਦੀ ਕੁੱਲੀਆਂ ਦੇ ਵਿੱਚ ਬਿਠਾ ਦਿੰਦਾ ਹੈ। ਇਹ ਸਭ ਕੁਝ ਉਸ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਅੰਦਰ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰਾ। ਸੁੰਦਰ ਜਿਹੜੀ ਤੈਨੂੰ ਇਸ ਸੰਸਾਰ ਦੇ ਵਿੱਚ ਇਸਤਰੀ ਜਿਹੜੀ ਉਹ ਦੇਣਾ ਕੀਤੀ ਹੈ, ਉਸ ਪਰਮਾਤਮਾ ਨੇ ਤੈਨੂੰ ਤੇਰੀ ਦੇਖਭਾਲ ਕਰਨ ਵਾਸਤੇ। ਤੇ ਕਈ ਜਿਹੜੇ ਸੇਜਾਂ ਦੀ ਆਨੰਦ ਮਾਣਨਾ ਕਰਦੇ ਨੇ ਤੇ ਆਪਣੇ ਸਰੀਰ ਦੇ ਉੱਪਰ ਇਸ ਪ੍ਰਕਾਰ ਦੇ ਚੰਦਨ ਇਤਰ ਜਿਹੜੇ ਉਹ ਲਾਉਣੇ ਕਰਦੇ ਨੇ, ਤੇ ਜਿਨ੍ਹਾਂ ਦੇ ਨਾਲ ਜਿਹੜਾ ਆਪਣੇ ਵੱਲ ਨੂੰ ਜਿਹੜਾ ਖਿੱਚ ਪਾਉਣ ਵਾਸਤੇ ਇਸ ਤਰ੍ਹਾਂ ਦੇ ਪ੍ਰਕਾਰ ਦੇ ਜਿਹੜੇ ਇਤਰ ਚੰਦਨ ਜਿਹੜੇ ਤੋਂ ਬਣੇ ਹੋਏ ਵਸਤੂਆਂ ਜਿਹੜੀਆਂ ਲਾਉਣਾ ਕਰਦੇ ਨੇ ਆਪਣੇ ਤਨ ਦੇ ਉੱਪਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਇਹ ਸਭ ਭਿਆਨਕ ਜਿਹੜਾ ਤੈਨੂੰ ਨਰਕ ਦੇ ਵਿੱਚ ਜਿਹੜਾ ਲੈ ਕੇ ਜਾਣ ਵਾਸਤੇ ਜਿਹੜਾ ਤੂੰ ਆਪਣਾ
ਘਰ ਹੈ ਉਹ ਜਿਹੜਾ ਬਣਾਉਣਾ ਕਰ ਰਿਹਾ ਹੈ, ਨਰਕ ਦੇ ਵੱਲ ਜਾਣਾ ਕਰ ਰਿਹਾ ਹੈ। ਜੇਕਰ ਤੂੰ ਉਸ ਸੰਸਾਰ ਦੇ ਅੰਦਰ ਆਇਆ ਹੈ, ਇਹ ਸੋਹਣਾ ਸਰੀਰ ਉਸ ਪਰਮਾਤਮਾ ਨੇ ਦੇਣਾ ਕੀਤਾ ਹੈ, ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪਾਉਣੀ ਕਰ। ਇਹ ਸਭ ਕੁਝ ਤਾਂ ਵਿਅਰਥ ਹੈ। ਤੇ ਪਾਤਸ਼ਾਹ ਮਹਾਰਾਜ ਜੀ ਸਤਵੇਂ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਤੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਉੱਤਮ ਦੱਸਣਾ ਕੀਤਾ ਹੈ ਸਾਧ ਸੰਗਤ ਨੂੰ, ਵੱਡਿਆਂ ਭਾਗਾਂ ਵਾਲਿਆਂ ਨੂੰ, ਜਿਨ੍ਹਾਂ ਨੂੰ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪ੍ਰਭ ਲਿਖੇਗਾ ਲੈਣਾ। ਉਹ ਵੱਡਿਆਂ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਨਸੀਬ ਹੁੰਦੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ 8ਵੇਂ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ, ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ, ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਤੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੇਵਕ ਹੁੰਦੇ ਨੇ ਤੇ ਉਹ ਫਿਰ ਹਮੇਸ਼ਾ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਨੇ, ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਅਤੇ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਬਾਣੀ ਦੇ ਨਾਲ ਸਾਂਝ ਪਾਉਣੀ ਕਰਨਾ ਕਰਦੇ ਨੇ। ਇਸ ਤਨ ਦੇ ਨਾਲ ਉਸ ਪਰਮਾਤਮਾ ਨੂੰ ਹਮੇਸ਼ਾ ਜਿਹੜਾ ਯਾਦ ਕਰਨਾ ਕਰਦੇ ਨੇ ਕਿ ਪਰਮਾਤਮਾ ਆਪ ਜੀ ਨੇ ਕਿਰਪਾ ਕੀਤੀ ਹੈ, ਸੋਹਣਾ ਸਰੀਰ ਸੋਹਣਾ ਤਨ ਜਿਹੜਾ ਬਖਸ਼ਿਆ ਹੈ। ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ, ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਹਮੇਸ਼ਾ ਉਸ ਕਿਰਪਾਲੂ ਪ੍ਰਭੂ ਦੇ ਜਿਹੜੇ ਗੁਣ ਗਾਇਨ ਕਰਨਾ ਕਰਦੇ ਨੇ, ਸ਼ੁਕਰਾਨਾ ਕਰਨਾ ਕਰਦੇ ਨੇ ਕਿ ਉਹਨਾਂ ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ, ਸੋਹਣਾ ਤਨ ਸੋਹਣੀ ਦੇਹੀ ਬਖਸ਼ੀ ਹੈ, ਇਹ ਸੁੰਦਰ ਕਾਇਆ ਬਖਸ਼ੀ ਹੈ, ਇਹ ਸੁੰਦਰ ਨੈਣ ਬਖਸ਼ੇ ਨੇ, ਕੰਨ ਬਖਸ਼ੇ ਨੇ, ਅੱਖਾਂ ਬਖਸ਼ੀਆਂ ਨੇ। ਉਸ ਪਰਮਾਤਮਾ ਨੇ ਕਿਰਪਾ ਕਰਨਾ ਕੀਤੀ ਹੈ, ਇਹ ਤਨ ਨੂੰ ਜਿਹੜੀਆਂ ਸੋਹਣੀਆਂ ਅੱਖਾਂ ਜਿਹੜੀਆਂ ਦੇਣਾ ਕੀਤੀਆਂ ਨੇ ਤਾਂ ਕਿ ਅੱਖਾਂ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਨੂੰ ਪੜ੍ਹਨਾ ਕਰੇ, ਕੰਨਾਂ ਦੇ ਨਾਲ ਸੁਣਨਾ ਕਰੇ, ਕੀਰਤਨ ਕਰਨਾ ਕਰੇ, ਇਸ ਰਸਨਾ ਤੋਂ ਉਸ ਪਰਮਾਤਮਾ ਦੇ ਗੁਣ ਗਾਇਨ ਕਰਨਾ ਕਰੇ। ਉਸ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਵਿਖਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜਿੰਨੀ ਉਸ ਪਰਮਾਤਮਾ ਨੇ ਸਵਾਸਾ ਪੂੰਜੀ ਬਖਸ਼ੀ ਹੈ, ਉਸ ਵਾਸਾ ਪੂੰਜੀ ਦੇ ਅੰਦਰ ਰਹਿੰਦਿਆਂ ਹੋਇਆ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰਹੇ। ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਖੀਰਲੇ ਬੰਦ ਦੇ ਵਿੱਚ ਇਹੀ ਸਮਝਾਉਣਾ ਕਰਦੇ ਨੇ ਕਿ ਦੀਨ ਦੁਨੀਆ ਦੇ ਦੁੱਖਾਂ ਦਾ ਨਾਸ਼ ਕਰਨ ਵਾਲੇ ਪਰਮਾਤਮਾ ਨੂੰ ਜੇਕਰ ਤੂੰ ਲੱਭਣਾ ਹੈ, ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ, ਸਭ ਤੋਂ ਪਹਿਲਾਂ ਆਪਣੇ ਮਨ ਦੀ ਮੈਲ ਨੂੰ ਦੂਰ ਕਰਨਾ ਕਰ। ਤੇ ਜਿਸ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਤੇ ਫਿਰ ਉਹ ਪਰਮਾਤਮਾ ਨੂੰ ਜਿਹੜਾ ਉਹ ਪਾ ਲੈਂਦਾ ਹੈ, ਸਿਫਤ ਸਲਾਹ ਕਰਕੇ ਹਮੇਸ਼ਾ ਉਸ ਪਰਮਾਤਮਾ ਦੇ ਰੰਗਾਂ ਦੇ ਵਿੱਚ ਰਚਿਆ ਰਹਿੰਦਾ ਹੈ, ਰੰਗਿਆ ਰਹਿੰਦਾ ਹੈ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ, ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਤੇ ਉਹ ਫਿਰ ਹਮੇਸ਼ਾ ਜਿਹੜੇ ਉਹ ਰੰਗੇ ਰਹਿੰਦੇ ਨੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਤੇ ਉਹ ਫਿਰ ਹਮੇਸ਼ਾ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਰਹਿੰਦੇ ਨੇ, ਹਮੇਸ਼ਾ ਉਸ ਪਰਮਾਤਮਾ ਦੇ ਭਾਣਾ ਮੰਨ ਕੇ, ਹੁਕਮ ਮੰਨ ਕੇ ਉਸ ਪਰਮਾਤਮਾ ਦੇ ਹੁਕਮ ਦੀ ਅਦੁੱਲੀ ਨਹੀਂ ਕਰਨਾ ਕਰਦੇ, ਹਮੇਸ਼ਾ ਉਸ ਪਰਮਾਤਮਾ ਦਾ ਹੁਕਮ ਦੀ ਪਾਲਣਾ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਸਦਕਾ ਉਸ ਸੱਚੇ ਪਰਮਾਤਮਾ ਦੇ ਨਾਲ ਸਾਂਝ ਬਣੀ ਰਹੇ, ਤਾਂ ਕਿ ਇਸੇ ਤਰ੍ਹਾਂ ਹੀ ਰੱਬ ਦੀਆਂ ਰੂਹਾਂ ਸਾਧ ਸੰਗਤ ਦੀਆਂ ਘੜੀਆਂ ਜਿਹੜੀਆਂ ਪ੍ਰਾਪਤ ਹੁੰਦੀਆਂ ਰਹਿਣ, ਤਾਂ ਕਿ ਜਿਹੜੇ ਸਾਧ ਸੰਗਤ ਦੇ ਜੋੜੇ ਚੜ੍ਹਨ ਦਾ ਸਮਾਂ ਉਹ ਹਮੇਸ਼ਾ ਪ੍ਰਾਪਤ ਹੁੰਦਾ ਰਹੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਸ਼ਬਦ ਦੀ ਵਿਚਾਰ ਕਰਦਿਆਂ ਪਾਸੋਂ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅੰਤ ਨੂੰ ਬੁਲਾਓ ਜੀ ਫਤਿਹ, ਗੱਜ ਵੱਜ ਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ।